ਦੋਸਤੋ, ਅੱਜ-ਕੱਲ੍ਹ ਦਾ ਬੜਾ ਕਸੂਤਾ ਜਿਹਾ ਸਮਾਂ ਹੈਗਾ। ਮੈਂ ਉਸ ਦੇ ਮੁਤਾਬਿਕ ਇੱਕ ਆਪਣੀ ਕਹਾਣੀ ਤੁਹਾਨੂੰ ਪੇਸ਼ ਕਰਨ ਜਾ ਰਹੀ ਹਾਂ। ਉਸ ਦਾ ਨਾਂ ਹੈ ਵੈਂਪਾਇਰ। ਮੇਰੇ ਮੂਹਰੇ ਮਾਂ ਤੋਂ ਸੁਣੀ ਹਿੰਦ ਪਾਕ ਦੀ ਵੰਡ ਅਤੇ ਮਾਈ ਲੀ, ਪੋਲ ਪੋਟਸ, ਕੰਬੋਡੀਆ ਦੇ ਅਣਗਿਣਤ ਦ੍ਰਿਸ਼ ਫੈਲ ਗਏ। ਕੰਬਦੀ ਦੇਹ ਅਹਿਸਾਸ ਕਰਾ ਰਹੀ ਸੀ ਕਿ ਇਤਿਹਾਸ ਕਿੰਨਾ ਬੇਰਹਿਮ ਤੇ ਬੇਦਰਦ ਹੋ ਸਕਦਾ ਹੈ। ਦੇਹ ਭਾਵੇਂ ਕੰਬ ਰਹੀ ਹੈ, ਪਰ ਬੀਤਿਆ ਹੋਇਆ ਸੱਚ ਫੈਲ ਰਿਹਾ ਹੈ। ਮੈਂ ਇਹ ਸਭ ਵੇਖ ਕੇ ਡਾਵਾਂਡੋਲ ਤਾਂ ਨਹੀਂ ਹੋ ਰਹੀ, ਸੋਚਦੀ ਹਾਂ, ਪਰ ਟੇਢੀਆਂ ਨਜ਼ਰਾਂ ਨਾਲ ਆਪਣੇ ਨਾਲ ਆਏ ਜਵਾਈ ਜੈਰਕ ਤੇ ਬੇਟੀ ਨੂੰ ਵੇਖ ਰਹੀ ਸਾਂ। ਉਹ ਦੋਵੇਂ ਹੈਰਾਨ ਪਰੇਸ਼ਾਨ ਦੂਜੇ ਟੂਰਿਸਟਾਂ ਅਤੇ ਗਾਈਡ ਦੇ ਨਾਲ ਨਾਲ ਮੂੰਹ ਤੇ ਰੁਮਾਲ ਰੱਖੇ ਚੱਲ ਰਹੇ ਸਨ। ਮੈਂ ਆਪਣੇ ਜਿਸਮ ਨੂੰ ਚੱਕੀ ਘਿਸਟ ਰਹੀ ਸਾਂ। 1947 ਦੀਆਂ ਘਟਨਾਵਾਂ ਵਿੱਚ ਚੀਖ ਚੀਖ ਕੇ ਮੈਨੂੰ ਕਿਸੇ ਨਵੇਂ ਪਾਕਿਸਤਾਨ ਵੱਲ ਇਸ਼ਾਰਾ ਕਰ ਰਹੀਆਂ ਸਨ। ਧੂੰ ਧੂੰ ਅੱਗ ਦੀਆਂ ਲਪਟਾਂ ਵਿੱਚ ਘਿਰੀਆਂ ਟਾਇਰਾਂ 'ਚ ਲਮਕਦੀਆਂ ਜਿਉਂਦੀਆਂ ਲਾਸ਼ਾਂ 1984 ਦੰਗੇ ਦੇ ਕਿਹੜੇ ਨਵੇਂ ਦ੍ਰਿਸ਼ ਨੂੰ ਵਿਖਾ ਰਹੀਆਂ ਸਨ। ਇਹ ਪੋਲੈਂਡ ਨਹੀਂ, ਮੇਰੀ ਆਪਣੀ ਧਰਤੀ ਹੋਵੇ ਜਿਵੇਂ ਮੇਰਾ ਆਪਣਾ ਅੰਸ਼। ਇੱਥੋਂ ਦੇ ਕੰਸਨਟ੍ਰੇਸ਼ਨ ਹਾਊਸ 'ਚ ਜਾਂ ਗੈਸ ਚੈਂਬਰ 'ਚ ਮੇਰਾ ਵੀ ਸਾਹ ਘੁੱਟਿਆ ਹੋਵੇਗਾ ਸ਼ਾਇਦ। ਮੈਂ ਇੱਥੇ ਇਹਨਾਂ ਵਿੱਚੋਂ ਹੀ ਇੱਕ ਸਾਂ। ਗਲਾ ਸੁੱਕ ਰਿਹਾ ਹੈ, ਪਾਣੀ ਮੰਗ ਰਹੀ ਹਾਂ ਤਾਂ ਕੋਈ ਠੁੱਡਾ ਮਾਰ ਦਿੰਦਾ ਹੈ। ਜਾਗ ਖੁੱਲ ਜਾਂਦੀ ਹੈ, ਸੁਪਨਾ ਟੁੱਟ ਜਾਂਦਾ ਹੈ, ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਹੈ। ਸੰਘਣੇ ਬੱਦਲਾਂ ਦੀ ਕਾਲੀ ਹਨੇਰੀ ਰਾਤ ਵਿੱਚ ਆਪਣੇ ਘਿਸਟਦੇ ਪੈਰਾਂ ਨੂੰ ਹੁਣ ਤੱਕ ਲਈ ਬੈਠੀ ਹਾਂ। ਗੈਸ ਚੈਂਬਰ ਤੋਂ ਸਿਮਦੀ ਗੈਸ ਅਤੇ ਮੇਰਾ ਦਮ ਘੁੱਟ ਰਿਹਾ ਹੈ। ਯਾਮਿਨੀ ਮੇਰੀ ਦੋਸਤ ਕਿਤੋਂ ਹੱਥ ਹਿਲਾ ਰਹੀ ਹੈ। ਪਿਛਲੇ ਦ੍ਰਿਸ਼ ਨੂੰ ਫਰੋਲਦੀ ਹਾਂ। ਆਸਟਵਿਚ ਟ੍ਰਿਪ ਤੋਂ ਵਾਪਸ ਆਏ ਤਾਂ ਯਾਮਿਨੀ ਚਹਿਕਦੀ ਮਿਲੀ ਸੀ। ਅਸੀਂ ਵੀ ਜ਼ਬਰਦਸਤੀ ਮੁਸਕਰਾ ਰਹੇ ਸਾਂ। ਯਾਮਿਨੀ ਦੇ ਬੇਟੇ ਨੇ ਅਚਾਨਕ ਕਿਤੋਂ ਨਿਕਲ ਕੇ ਕਿਹਾ, ਫਿਰ ਮਿਲ ਆਏ ਬਿਗ ਵੈਂਪਾਇਰ ਨੂੰ? ਬਿਗ ਵੈਂਪਾਇਰ? ਜੈਰਕ ਨੇ ਪ੍ਰਸ਼ਨ ਕੀਤਾ। ਆਹੋ, ਉਹੀ ਉਹ ਹਿਟਲਰ, ਉੱਥੇ ਹੀ ਕਿਤੇ ਬੰਦੂਕ ਫੜੀ ਘੁੰਮਦਾ ਰਹਿੰਦਾ ਹੈ ਤੇ ਉਹ ਥਾਣੇ ਹੱਸ ਪੈਂਦਾ ਹੈ। ਅਸੀਂ ਕਮਰੇ 'ਚ ਜਾ ਕੇ ਆਰਾਮ ਕਰਨਾ ਚਾਹੁੰਦੇ ਸਾਂ। ਇਵੇਂ ਜਾਪ ਰਿਹਾ ਸੀ ਅਸੀਂ ਸਦੀਆਂ ਤੋਂ ਦੌੜਦੇ ਪੈਦਲ ਚੱਲਦੇ ਕਿਸੇ ਦੀ ਭਾਲ ਕਰ ਰਹੇ ਸਾਂ, ਲੱਭ ਰਹੇ ਹਾਂ ਕਿਸੇ ਨੂੰ, ਤੇ ਮੈਂ ਸ਼ਾਇਦ ਇੰਡੋ ਪਾਕ ਦੀ ਵੰਡ ਦੇ ਵਹਿਸ਼ੀਪਨ ਅਤੇ ਆਸਟਵਿਚ ਵਿੱਚ ਜ਼ੁਲਮਾਂ ਦੇ ਫਰਕ ਦੀ ਤਸਵੀਰਾਂ ਨੂੰ ਭਾਲਣ ਦਾ ਯਤਨ ਕਰ ਰਹੀ ਸਾਂ। ਆਪਣੇ ਹੀ ਲੋਕਾਂ ਨਾਲ ਇੰਨੀ ਬੇਦਰਦੀ ਨਾਲ ਜ਼ੁਲਮ ਕਿਵੇਂ ਕਰ ਸਕਦੇ ਹਨ? ਸੋਚਦੀ ਹੋਈ ਇੰਗਲੈਂਡ ਅਤੇ ਪੋਲੈਂਡ ਦੇ ਟ੍ਰਿਪ ਦੀਆਂ ਤਸਵੀਰਾਂ ਮੂਹਰੇ ਆਉਣ ਲੱਗਦੀਆਂ ਸਨ। ਯਾਮਿਨੀ ਦਾ ਪੁੱਤਰ ਕਾਰ ਨੂੰ ਇੰਨੀ ਤੇਜ਼ ਦੌੜਾ ਰਿਹਾ ਹੈ ਕਿ ਦਿਲ ਦੀ ਠੁੱਕ ਠੁੱਕ ਕਾਰ ਦੇ ਦੌੜਦੇ ਪਹੀਆਂ ਨਾਲ ਮੇਲ ਖਾ ਰਹੀ ਹੈ। ਆਂਟੀ ਰਿਲੈਕਸ, ਇਹ ਇੰਗਲੈਂਡ ਦਾ ਹਾਈਵੇ ਆ, ਮੈਂ ਸਪੀਡ ਘੱਟ ਕਰ ਹੀ ਨਹੀਂ ਸਕਦਾ। ਕੀ ਇਹ ਵੈਂਪਾਇਰ ਆ? ਮੈਂ ਜੋ ਸਪੀਡ ਘੱਟ ਨਹੀਂ ਹੁੰਦੀ? ਉਸਦੀ ਮਾਂ ਉਸਨੂੰ ਟੋਕਦੀ ਹੈ। ਯਾਰ, ਇਹ ਕਾਰ ਮੇਰੀ ਉਸ ਗੋਰੀ ਕੁੜੀ ਵਾਂਗ ਹੈ। ਤੇ ਉਹ ਮਾਂ, ਉਹ ਕੁੜੀ ਵੀ ਤਾਂ ਵੈਂਪਾਇਰ ਹੀ ਹੈ ਜਿਹਨੂੰ ਮੈਂ ਸਿਲੈਕਟ ਕੀਤਾ। ਯਾਮਿਨੀ ਦਾ ਪੁੱਤਰ ਆਪਣੀ ਗੋਰੀ ਵਹੁਟੀ ਨੂੰ ਵੈਂਪਾਇਰ ਹੀ ਆਖਦਾ ਹੈ। ਉਸਦਾ ਚਿਹਰਾ ਸੁਰਖ ਲਾਲ ਹੋ ਜਾਂਦਾ ਹੈ। ਅਣਡਿੱਠ ਖੁਸ਼ੀ ਨਾਲ ਝੂਮਦਾ ਉਹ ਕਾਰ ਨੂੰ ਹੋਰ ਤੇਜ਼ ਕਰ ਲੈਂਦਾ ਹੈ। ਆਂਟੀ, ਉਹ ਅੰਗਰੇਜ਼ੀ 'ਚ ਗੱਲਾਂ ਕਰਦਾ ਮਸਤੀ 'ਚ ਆ ਜਾਂਦਾ ਹੈ। ਅਸੀਂ 2 ਵਰ੍ਹਿਆਂ ਤੋਂ ਇਕੱਠੇ ਰਹਿ ਰਹੇ ਹਾਂ। ਇੱਕ ਦਿਨ ਤੂੰ ਮੈਂ ਕਰਦੇ ਉਸ ਗੋਰੀ ਨੇ ਮੈਨੂੰ ਇੰਡੀਅਨ ਡੌਗ ਕਹਿ ਦਿੱਤਾ। ਮੇਰੇ ਸੱਤੀ ਕੱਪੜੇ ਅੱਗ ਲੱਗ ਗਈ। ਉਹ ਅੰਗਰੇਜ਼ ਹੈ, ਮੈਂ ਭਾਵੇਂ ਕੁਝ ਵੀ ਕਰ ਲਵਾਂ, ਪਰ ਇਹਨਾਂ ਲਈ ਅਸੀਂ ਹੀ ਡੌਗ ਕਿਉਂ? ਇਹ ਵਿਤਕਰਾ ਤਾਂ ਅੰਗਰੇਜ਼ੀ ਦੇ ਖੂਨ ਵਿੱਚ ਰਲ ਚੁੱਕਾ ਹੈ। ਆਂਟੀ, ਇਹ ਮੇਰੀ ਗੋਰੀ ਵੀ ਕੀ ਕਰੇ? ਉਸਦੇ ਬੋਲ 'ਚ ਨਰਮੀ ਆ ਗਈ। ਪਰ ਬੇਟਾ, ਮੈਂ ਉਸਨੂੰ ਤਸੱਲੀ ਦੇਣਾ ਚਾਹੁੰਦੀ ਸਾਂ। ਨਹੀਂ ਆਂਟੀ, ਅਸੀਂ ਅੰਗਰੇਜ਼ਾਂ ਦੇ ਗੁਲਾਮ ਸਾਂ। ਇਹ ਗੱਲ ਮੇਰੀ ਇਹ ਗੋਰੀ ਵੈਂਪਾਇਰ ਭੁੱਲਦੀ ਹੀ ਨਹੀਂ। ਫਿਰ ਉਸ ਹਾਸੇ 'ਚ ਕਹਿੰਦਾ ਹੈ, ਮੈਨੂੰ ਜਦ ਉਸਨੇ ਡੌਗ ਕਿਹਾ ਤਾਂ ਮੈਂ ਵੀ ਉਸਨੂੰ ਸਹੁੰ ਚੱਕ ਲਈ ਕਿ ਮੈਂ ਇਹਨੂੰ ਠੀਕ ਕਰਕੇ ਹੀ ਰੱਖਾਂਗਾ। ਪਰ ਉਹ ਅਖੀਰ 'ਚ ਵਿਆਹ ਲਈ ਤਿਆਰ ਹੋ ਗਈ। ਉਹ ਹੱਸਦਾ ਕੁਝ ਨਾ ਕੁਝ ਕਹੀ ਜਾ ਰਿਹਾ ਹੈ। ਉਹ ਆਂਟੀ, ਉਸਨੂੰ ਮੈਂ ਦੱਸਿਆ, ਬਈ ਮੈਂ ਤੈਨੂੰ ਬਹੁਤ ਪਿਆਰ ਕਰਦਾ। ਡੌਗ ਕਹਿਣਾ ਸਾਡੇ ਲਈ ਗਾਲ ਆ, ਤੇ ਉਸ ਮੈਨੂੰ ਸੌਰੀ ਕਿਹਾ। ਯਾਮਿਨੀ ਨੂੰ ਉਸਦੀਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਸਨ ਤੇ ਉਹ ਮੂੰਹ ਬਣਾ ਲੈਂਦੀ ਹੈ।
ਪਿੱਛੇ ਜਿਹੇ ਜਦੋਂ ਮੈਂ ਇੰਗਲੈਂਡ ਆਈ ਸਾਂ, ਉਦੋਂ ਮੇਰੇ ਕੋਲ ਯੂਰਪ ਦਾ ਵੀਜ਼ਾ ਨਹੀਂ ਸੀ। ਦਰਅਸਲ ਮੈਨੂੰ ਪਤਾ ਹੀ ਨਹੀਂ ਸੀ ਕਿ ਵੀਜ਼ਾ ਦਿੱਲੀ ਤੋਂ ਲੈ ਕੇ ਹੀ ਆਉਣਾ ਹੁੰਦਾ ਹੈ। ਇੰਗਲੈਂਡ ਵਾਲੇ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਦਿੰਦੇ। ਉਦੋਂ ਮੈਂ ਇਟਲੀ ਜਾਣ ਦਾ ਮੌਕਾ ਗਵਾ ਬੈਠੀ ਸਾਂ ਜਦੋਂ ਮੇਰੀ ਇਸ ਦੋਸਤ ਯਾਮਨੀ ਨੂੰ ਚੀਪ ਹੌਲੀਡੇ ਪੈਕ ਯਾਨੀ ਛੁੱਟੀਆਂ ਲਈ ਸਸਤੀ ਟਿਕਟਾਂ ਦੀ ਆਫਰ ਹੋਈ ਸੀ। ਮੈਂ ਚੀਪ ਹੌਲੀਡੇ ਪੈਕ ਸੁਣ ਕੇ ਬੜੀ ਹੈਰਾਨ ਹੋਈ ਸਾਂ। ਇਸ ਵਾਰ ਮੈਂ ਯਾਮਨੀ ਦੇ ਪੁੱਤਰ ਦੇ ਵਿਆਹ 'ਚ ਚੰਡੀਗੜ੍ਹ ਤੋਂ ਹੰਸਲੋ ਆਈ ਹਾਂ। ਉਸ ਦੇ ਸੱਦੇ ਤੇ ਹੀ ਮੇਰੀ ਬੇਟੀ ਅਤੇ ਜਵਾਈ ਦੀ ਵੀ ਅਮਰੀਕਾ ਤੋਂ ਆ ਰਹੇ ਹਨ। ਜਵਾਈ ਪਹਿਲੀ ਵਾਰ ਇੰਗਲੈਂਡ ਆ ਰਿਹਾ ਹੈ। ਬੜੀ ਉਤਸ਼ਾਹਤ ਅਤੇ ਜੋਸ਼ ਵਿੱਚ ਹਾਂ ਮੈਂ। ਯਾਮਨੀ ਦੇ ਬੇਟੇ ਨਾਲ ਸ਼ਾਪਿੰਗ ਕਰਦੀ, ਯਾਮਨੀ ਦੀ ਮਦਦ ਤਾਂ ਕਰਦੀ ਹੀ ਹਾਂ, ਪਰ ਮੇਰਾ ਜੋਸ਼ ਬਿਨਾਂ ਕਾਰਨ ਵੀ ਨਹੀਂ। ਇਸ ਵਾਰ ਮੈਂ ਭਾਰਤ ਤੋਂ ਹੀ ਯੂਰਪ ਦਾ ਵੀਜ਼ਾ ਲੈ ਕੇ ਤੁਰੀ ਸਾਂ। ਪਤਾ ਨਹੀਂ ਕਦੋਂ ਯੂਰਪ ਵੇਖਣ ਦਾ ਮੌਕਾ ਮਿਲ ਜਾਏ ਜਾਂ ਮੇਰੀ ਉਹ ਜਰਮਨ ਵਾਲੀ ਸਹੇਲੀ ਹੀ ਅਚਨਚੇਤ ਮੈਨੂੰ ਕਹਿ ਬੈਠੇ ਕਿ ਚੱਲ ਭੈਣ, ਮੈਂ ਮੰਮੀ ਪਾਪਾ ਨੂੰ ਮਿਲ ਕੇ ਆਵਾਂ, ਤੁਸੀਂ ਵੀ ਨਾਲ ਚੱਲੋ। ਤੇ ਉਹ ਜਰਮਨ ਤੋਂ ਹੈ ਤੇ ਲੰਦਨ ਵਿਆਹੀ ਹੋਈ ਹੈ। ਉਸਨੂੰ ਜਰਮਨ ਬਹੁਤ ਪਿਆਰਾ ਹੈ, ਆਪਣੀ ਧਰਤ ਦੀ ਮਿੱਟੀ ਦੀ ਖੁਸ਼ਬੂ ਵਰਗਾ। ਹਿਟਲਰ ਦਾ ਜਰਮਨ ਤਾਂ ਮੇਰੇ ਖਿਆਲਾਂ 'ਚ ਵੀ ਨਹੀਂ ਸੀ। ਉਹ ਹਿਟਲਰ ਜੋ ਬੇਇੰਤਹਾ ਲਾਲਚੀ ਅਤੇ ਖੂੰਖਾਰ ਸੀ। ਉਸਦੀ ਆਪਣੀ ਨਾਜ਼ੀ ਫੌਜ ਵੀ ਸੀ। ਉਹ ਬਰਗਰ, ਚਟਨੀ, ਸਿਗਾਰ, ਸ਼ਰਾਬ ਰਾਹੀਂ ਦੁਸ਼ਮਣਾਂ ਨੂੰ ਮਾਰਨਾ ਜਾਂਦਾ ਸੀ। ਪੋਲੈਂਡ ਦੇ ਸ਼ਹਿਰ ਆਸਟਵਿਚ ਵਿੱਚ ਲੇਬਰ ਕੈਂਪ ਯਾਨੀ ਮਜ਼ਦੂਰ ਕੈਂਪ ਨੂੰ ਉਸਨੇ ਡੈਥ ਕੈਂਪ ਵਿੱਚ ਬਦਲ ਦਿੱਤਾ ਸੀ, ਉਹ ਵੀ ਸਿਰਫ ਭੀੜ ਨੂੰ ਘਟਾਉਣ ਲਈ। ਗੈਸ ਚੈਂਬਰ ਦੀ ਕਲਪਨਾ ਨਾਲ ਹੀ ਸਿਰ ਚਕਰਾ ਜਾਂਦਾ ਹੈ। ਮੈਂ ਕੁਝ ਨਹੀਂ ਯਾਦ ਕਰਨਾ ਅੱਜ ਤੇ ਆਪਣਾ ਖਿਆਲ ਕਿਤੇ ਹੋਰ ਲਾਉਂਦੀ ਹਾਂ। ਪਰ ਹਿਟਲਰ ਦੇ ਖੁੰਖਾਰ ਜਰਮਨ ਸੈਫਰਡ ਕੁੱਤੇ ਵਾਰ-ਵਾਰ ਮੇਰੇ ਮੂਹਰੇ ਆ ਰਹੇ ਸਨ, ਜਿਨ੍ਹਾਂ ਨੂੰ ਹਿਟਲਰ ਨੇ ਜਾਸੂਸੀ ਕਰਨ ਲਈ ਜਰਮਨੀ ਬੋਲੀ ਸਿਖਾਉਣ ਦਾ ਕੰਮ ਵੀ ਕੀਤਾ ਸੀ। ਮੈਂ ਕਿਸੇ ਅਣਡਿੱਠ ਉਨਮਾਦ ਵਿੱਚ ਹਾਂ। ਧੀ ਤੇ ਜਵਾਈ ਜੋ ਆ ਰਹੇ ਹਨ। ਮੇਰੀ ਬੇਟੀ ਤੇ ਜਵਾਈ ਨੇ ਆਉਂਦੇ ਹੀ ਐਲਾਨ ਕਰਤਾ, ਮਮਾ, ਸਰਫਿੰਗ ਕਰਦੇ ਹੋਏ ਜੈਰਿਕ ਨੂੰ ਸਸਤੀ ਤੇ ਅਫੋਰਡੇਬਲ ਹੌਲੀਡੇ ਟਿਕਟਸ ਮਿਲੀਆਂ ਨੇ। ਯੂ ਕਾਂਟ ਇਮੇਜਿਨ, ਜਸਟ 1.99 1.99 ਪਾਉਂਡ ਦੀ ਇੱਕ ਟਿਕਟ। ਅਸੀਂ 3 ਟਿਕਟਸ ਓਕੇ ਕਰ ਦਿੱਤੀਆਂ ਐਂਡ ਯੂ ਨੋ, ਬੇਟੀ ਉਮੰਗਾਂ 'ਚ ਹੈ। ਇੰਟਰਨੈਟ ਤੋਂ ਲੱਭਦੇ ਹੋਏ ਛੁੱਟੀਆਂ ਲਈ 3 ਟਿਕਟਾਂ ਲੈ ਆਈ ਸੀ ਬੇਟੀ। ਤੇ ਮੇਰੀਆਂ ਨਜ਼ਰਾਂ 'ਚ ਸਵਾਲ ਵੇਖ ਉਸਨੇ ਸਪੇਨ, ਪੋਲੈਂਡ ਜਾਂ ਲਾਟਵੀਆ ਦੇ ਕਿਸੇ ਵੀ ਅਜਨਬੀ ਥਾਂ ਵਿੱਚ ਸੈਰ ਕਰਨ ਦੀ ਆਫਰ ਦੇ ਜ਼ਿਕਰ ਦਾ ਦੱਸਿਆ। ਉਹਨਾਂ ਲਈ ਭਾਵੇਂ ਇਹ ਬਹੁਤ ਹੀ ਰੋਮਾਂਚਿਤ, ਆਕਰਸ਼ਕ ਤੇ ਰਹੱਸਮਈ ਸਫ਼ਰ ਹੋ ਸਕਦਾ ਸੀ, ਪਰ ਮੇਰੇ ਲਈ ਕਿਤੇ ਡਰ, ਖੁਸ਼ੀ ਅਤੇ ਜਿਗਿਆਸਾ ਭਰਿਆ ਵੀ ਸੀ। ਵਿਆਹ ਨੂੰ ਅਜੇ 10 ਦਿਨ ਪਏ ਸਨ। ਯਾਮਨੀ ਨੇ ਸਾਨੂੰ ਆਪਣੇ ਦੂਜੇ ਘਰ ਵਿੱਚ ਠਹਿਰਾ ਦਿੱਤਾ ਸੀ। ਰਸੋਈ ਘਰ ਖਾਣ ਪੀਣ ਵਾਲੇ ਸਮਾਨ ਨਾਲ ਭਰਿਆ ਹੋਇਆ ਸੀ, ਤੁੰਨਿਆ ਹੋਇਆ ਸੀ। ਬੇਟੀ ਤੇ ਜਵਾਈ ਆਪਣੀ ਮਰਜ਼ੀ ਤੇ ਆਪਣੇ ਤਰੀਕੇ ਨਾਲ ਖਾਣ ਪੀਣ ਦਾ ਸਮਾਨ ਬਣਾਉਂਦੇ ਤੇ ਸਾਰਾ ਦਿਨ ਲੰਦਨ ਘੁੰਮਦੇ ਗੁਜ਼ਾਰ ਦਿੰਦੇ। ਅਸੀਂ ਤਿੰਨਾਂ ਨੇ ਫੈਸਲਾ ਲਿਆ, ਕਿਉਂ ਨਾ ਅਸੀਂ ਵਿਆਹ ਤੋਂ ਪਹਿਲਾਂ ਹੀ ਉਹਨਾਂ ਤਿੰਨੇ ਟਿਕਟਾਂ ਦਾ ਇਸਤੇਮਾਲ ਕਰ ਲਈਏ। ਸਪੇਨ, ਲਾਟਵੀਆ ਜਾਂ ਪੋਲੈਂਡ ਦੀ ਅਣਜਾਣੀ ਥਾਂ ਨੂੰ ਵੇਖਣ ਦੀ ਖਿੱਚ ਜਾਂ ਲਾਲਚ ਮੇਰੀ ਬੇਟੀ ਤੇ ਜਵਾਈ ਵਿੱਚ ਖਿੱਚਤੂ ਚੱਲ ਰਿਹਾ ਸੀ। ਮੈਂ ਚੁੱਪ ਉਹਨਾਂ ਦੋਹਾਂ ਨੂੰ ਇੱਧਰ-ਉੱਧਰ ਘੁੰਮਦੇ ਤੇ ਬਹਿਸ ਕਰਦੇ ਵੇਖ ਰਹੀ ਸਾਂ। ਜੋ ਵੀ ਉਹਨਾਂ ਨੇ ਨਿਰਣਾ ਲੈਣਗੇ, ਮੈਂ ਉਹਨਾਂ ਵਿੱਚ ਸ਼ਾਮਿਲ ਹੋਣਾ ਹੈ। ਇੱਕ ਸਮਾਨ ਦੀ ਪੰਡ ਵਾਂਗ ਉਹਨਾਂ ਮੈਨੂੰ ਚੱਕ ਲੈਣਾ ਹੈ, ਬਸ। ਮੈਂ ਘੁਮੱਕੜ ਹਾਂ ਤੇ ਇਹੋ ਸੱਚ ਮੇਰੇ ਪੈਰਾਂ ਨੂੰ ਪਿਛਾਂਹ ਨਹੀਂ ਖਿੱਚਦੇ। ਸਗੋਂ 2 ਪੰਡਾਂ ਦਾ ਲਾਲਚ ਵੀ ਮੈਨੂੰ ਉਹਨਾਂ ਦੋਹੇ ਜਵਾਨ ਧੀ ਤੇ ਜਵਾਈ ਤੋਂ ਅੱਡ ਨਹੀਂ ਹੋਣ ਦੇ ਰਿਹਾ ਸੀ। ਅਚਾਨਕ ਐਵੇਂ ਵੀ ਜਾਪਦਾ ਹੈ ਜਿਵੇਂ ਕੋਈ ਅਣਡਿੱਠ ਅਚੇਤ ਚਿੰਨ੍ਹ ਮੈਨੂੰ ਆਪਣੇ ਵੱਲ ਲਗਾਤਾਰ ਖਿੱਚੀ ਜਾ ਰਿਹਾ ਹੋਵੇ। ਜੈਰਿਕ ਨੇ ਸਪੇਨ ਬਾਰੇ ਕਾਫੀ ਕੁਝ ਸੁਣਿਆ ਹੋਇਆ ਸੀ, ਪਰ ਪੋਲੈਂਡ ਦੇ ਇਤਿਹਾਸ ਨੂੰ ਉਹ ਹੋਰ ਨੇੜਿਓਂ ਵੇਖਣਾ ਚਾਹ ਰਿਹਾ ਸੀ। ਦ ਕਰੂਅਲ ਹਿਸਟਰੀ, ਕੀ ਇਸ ਤਰ੍ਹਾਂ ਕਿਸੇ ਹੋਰ ਦੇਸ਼ ਵਿੱਚ ਵੀ ਹੋ ਸਕਦਾ ਹੈ? ਕੋਈ ਨਹੀਂ ਜਾਣ ਸਕਦਾ। ਨੈਵਰ ਨੋ। ਉਹ ਬੇਟੀ ਮੂਹਰੇ ਬੁੜਬੁੜਾ ਰਿਹਾ ਹੈ। ਉਹਦੇ ਚਿਹਰੇ ਉੱਤੇ ਕਈ ਰੰਗ ਆਉਂਦੇ ਜਾਂਦੇ ਦਿਸੇ, ਪਰ ਮੈਂ ਉਹਨਾਂ ਨੂੰ ਫੜ ਨਹੀਂ ਸੀ ਪਾ ਰਹੀ। ਫਿਰ ਉਸਨੇ ਬੇਟੀ ਨੂੰ ਹੀ ਕਿਹਾ, ਜਸਟ ਯੂ ਟੈਲ ਵੇਅਰ ਯੂ ਵਾਂਟ ਟੂ ਗੋ। ਕਿੱਥੇ ਜਾਣਾ ਹੈ? ਬੇਟੀ ਨੇ ਬਿਨਾਂ ਸੋਚੇ ਸਮਝੇ ਪੋਲੈਂਡ ਦਾ ਨਾਂ ਲੈ ਲਿਆ। ਸਾਨੂੰ ਕਿਸੇ ਨੂੰ ਵੀ ਪੋਲੈਂਡ ਦੇ ਕਿਸੇ ਵੀ ਸ਼ਹਿਰ ਦਾ ਕੁਝ ਵੀ ਅੰਦਾਜ਼ਾ ਨਹੀਂ ਸੀ। ਜੈਰਿਕ ਨੇ ਲੈਪਟਾਪ ਚੱਕਿਆ, ਪੋਲੋਨੀਆ ਨਾਂ ਦੇ ਹੋਟਲ 'ਚ ਕਮਰੇ ਬੁੱਕ ਕੀਤੇ, ਆਨਲਾਈਨ ਹੀ ਬਰੋਕਲਾ ਸ਼ਹਿਰ ਲਈ ਟਿਕਟ ਬੁੱਕ ਕਰ ਲਏ। ਉੱਥੇ ਪਹੁੰਚਦੇ ਹੀ ਸ਼ਹਿਰ ਦੇ ਇੱਧਰ ਉੱਧਰ ਆਰਕੀਟੈਕਟ ਦੀ ਬਣਾਵਟ ਨੂੰ ਵੇਖਦੇ
ਬੇਟੀ ਦੀ ਖਰੀਦਾਰੀ ਤੋਂ ਉਭਦੇ ਹੋਏ ਅਸੀਂ ਪੋਲੈਂਡ ਦੇ ਬਾਹਰੀ ਨਜ਼ਾਰਿਆਂ ਨੂੰ ਵੇਖਣ ਲਈ ਤੁਰ ਪਏ। ਜੈਰਿਕ ਕੋਲ ਪੋਲੈਂਡ ਦਾ ਨਕਸ਼ਾ ਸੀ। ਇਹ ਲੋਕ ਕਦੇ ਵੀ ਨਕਸ਼ੇ ਤੋਂ ਬਿਨਾਂ ਨਹੀਂ ਤੁਰਦੇ, ਤੇ ਇੱਕ ਮੈਂ ਸੀ ਜਿਸ ਨੇ ਬਿਨਾਂ ਨਕਸ਼ੇ ਦੇ ਪੂਰਾ ਹਿੰਦੁਸਤਾਨ ਹੀ ਨਹੀਂ, ਇੰਗਲੈਂਡ ਨੂੰ ਵੀ ਆਪਣੇ ਨਕਸ਼ੇ 'ਚ ਜੜ ਲਿਆ ਸੀ। ਜੈਰਿਕ ਨੇ ਬੇਟੀ ਨੂੰ ਪੁੱਛਿਆ, ਕਿੱਥੇ ਚੱਲੀਏ? ਬੇਟੀ ਨੇ ਨਕਸ਼ੇ ਦੇ ਇੱਕ ਥਾਂ ਉੱਤੇ ਉਂਗਲ ਰੱਖਤੀ। ਕੋਟੋਵਾਈਸ, ਬੜਾ ਹੀ ਗੰਦਾ, ਬੇਤੁਕਾ, ਇੰਡਸਟਰੀਅਲ ਅਤੇ ਕੋਲੇ ਦੀ ਖਾਣ ਦਾ ਸ਼ਹਿਰ। ਇੱਧਰ ਉੱਧਰ ਪਿਯੱਕੜਾਂ ਦੇ ਸ਼ਰਾਬ ਘਰ ਥਾਂ ਥਾਂ ਤੇ ਸਨ। ਦੂਜਾ ਸ਼ਹਿਰ ਕਰਾਕੋ, ਯੂਨੀਵਰਸਿਟੀ ਦਾ ਖੂਬਸੂਰਤ ਸ਼ਹਿਰ। ਪਿਯੱਕੜਾਂ ਲਈ ਇੱਥੇ ਵੀ ਸ਼ਰਾਬ ਘਰਾਂ ਦੀ ਘਾਟ ਨਹੀਂ ਸੀ। ਵੈਸੇ ਵੀ ਸ਼ਰਾਬ ਪੀਣਾ ਇਹਨਾਂ ਲੋਕਾਂ ਲਈ ਬਹੁਤ ਹੀ ਵੱਡੀ ਗੱਲ ਨਹੀਂ ਸੀ। ਕੋਟੋਵਾਈਸ ਅਤੇ ਕਰਾਕੋ ਵੇਖਦੇ ਹੋਏ ਮੈਨੂੰ ਵਾਰ-ਵਾਰ ਲੁਧਿਆਣਾ ਅਤੇ ਚੰਡੀਗੜ੍ਹ ਯਾਦ ਆ ਰਹੇ ਸਨ। ਮੇਰੇ ਅੰਦਰ ਕਿਤੇ ਉਥਲ-ਪੁਥਲ ਸੀ। ਕੁਝ ਸੀ ਜੋ ਮੈਨੂੰ ਵਿਖਾਈ ਨਹੀਂ ਸੀ ਦੇ ਰਿਹਾ। ਕੁਝ ਅਣਹੋਣੀ, ਕੋਈ ਸ਼ਰਾਬੀ ਚੀਜ਼। ਮੈਂ ਕਿਉਂ ਇੰਨੀ ਦੂਰ ਆਈ? ਜ਼ਰੂਰ ਕੁਝ ਹੈ ਜੋ ਪਹਿਲਾਂ ਕਿਤੇ ਛੁੱਟ ਗਿਆ ਹੈ, ਰਹਿ ਗਿਆ ਹੈ, ਜੋ ਵਿਖਾਈ ਨਹੀਂ ਦਿੱਤਾ ਹੁਣ ਤੱਕ। ਕੀ ਹੈ ਉਹ? ਜੈਰਿਕ ਅਤੇ ਬੇਟੀ ਇੱਕ ਦੂਜੇ ਦਾ ਹੱਥ ਫੜੀ ਆਪਣੇ ਆਪ 'ਚ ਮਸਤ ਹਨ। ਮੇਰੇ ਪੈਰ ਇੱਥੇ ਉੱਥੇ ਕੁਝ ਲੱਭ ਰਹੇ ਸਨ। ਕੈਂਪਲਾਈਨ ਹੋਟਲ ਵਿੱਚ ਰਾਤ ਦਾ ਖਾਣਾ ਖਾਣ ਵੇਲੇ ਸਾਨੂੰ ਇੱਕ ਅਮਰੀਕਨ ਜੋੜਾ ਮਿਲਿਆ ਜੋ ਆਸਟਵਿਚ ਸ਼ਹਿਰ ਵੇਖਣ ਆਏ ਸਨ। ਇਸ ਨਾਂ ਵਿੱਚ ਕੁਝ ਇਹੋ ਜਿਹਾ ਸੀ ਕਿ ਮੇਰੇ ਜਿਸਮ ਦੇ ਸਾਰੇ ਲਹੂ ਕੰਡੇ ਖੁਦ ਬ ਖੁਦ ਸਰਸਰਾਹਟਾਂ ਨਾਲ ਘਿਰ ਗਏ। ਉਹ ਅਮਰੀਕਨ ਜੋੜਾ ਆਸਟਵਿਚ ਵਿੱਚ ਵਾਪਰੇ ਵਹਿਸ਼ੀਪੁਣ ਦੀਆਂ ਗੱਲਾਂ ਇਸ ਤਰ੍ਹਾਂ ਪੇਸ਼ ਕਰ ਰਿਹਾ ਸੀ ਕਿ ਅਸੀਂ ਉਹਨਾਂ ਗੱਲਾਂ ਨੂੰ ਸੁਣਨ ਤੋਂ ਬਚਣ ਲਈ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾ ਸਕੇ ਤੇ ਵਾਪਿਸ ਆਪਣੇ ਪੋਲੋਨੀਆ ਹੋਟਲ ਆ ਗਏ। ਅੱਤ ਦੀ ਠੰਡ, -11 ਡਿਗਰੀ ਦਾ ਤਾਪਮਾਨ ਅਤੇ ਫੁੱਟ ਬਰਫ਼ ਲੱਦੀ ਹੋਈ ਸੀ। ਪਤਾ ਨਹੀਂ ਕਿਉਂ ਮੈਂ ਆਪਣੀ ਬੇਟੀ ਦੇ ਜਵਾਈ ਨੂੰ ਕਿਹਾ ਕਿ ਉਹ ਦੋਹੇ ਇਸ ਅਮਰੀਕਨ ਜੋੜੇ ਨਾਲ ਆਸਟਵਿਚ ਵੇਖ ਆਉਣ, ਜਦੋਂ ਕਿ ਪੋਲੈਂਡ ਦੇ ਇਸ ਸ਼ਹਿਰ ਦੇ ਇਤਿਹਾਸ ਤੋਂ ਉਹ ਦੋਵੇਂ ਨਾਵਾਕਿਫ ਵੀ ਨਹੀਂ ਸਨ। ਜ਼ਿੰਦਗੀ ਦਾ ਤਾਂਡਵ ਨ੍ਰਿਤ, ਦਰਿੰਦਗੀ ਦੀ ਇੰਤਹਾ, ਇਤਿਹਾਸ ਪ੍ਰਸਿੱਧ ਸ਼ੈਤਾਨੀ, ਮਨੋਰੋਗੀ, ਅਤ੍ਰਿਪਤ ਲਾਲਸਾ, ਬਾਦਸ਼ਾਹਿਤ ਕਾਮਨਾ, ਦੂਜਿਆਂ ਦੀਆਂ ਚੀਖਾਂ ਸੁਣ ਕੇ ਖੁਸ਼ੀ ਲੈਣ ਵਾਲੀਆਂ ਆਤਮਾਵਾਂ ਦੇ ਦੂਰ ਦੂਰ ਤੱਕ ਹਾਸਿਆਂ ਨਾਲ ਭਰਿਆ ਉਹ ਸ਼ਹਿਰ ਕੌਣ ਨਹੀਂ ਤੜਪ ਜਾਏਗਾ? ਮੈਂ ਉਸ ਟਾਰਚਰ ਹਾਊਸ ਤੋਂ ਬਚਣਾ ਚਾਹੁੰਦੀ ਸਾਂ। ਹਾਂ, ਮੈਂ ਜਾਣਦੀ ਹਾਂ, ਇਸ ਤਰ੍ਹਾਂ ਦਾ ਪੋਲੈਂਡ ਤਾਂ ਹਿੰਦੁਸਤਾਨ ਤਕਸੀਮ ਹੋਣ ਦੇ ਸਮੇਂ ਹਿੰਦੁਸਤਾਨ ਵਿੱਚ ਵੀ ਸੀ। ਕੀ ਪੋਲੈਂਡ ਇੱਕ ਹੋਰ ਪਾਕਿਸਤਾਨ ਹੈ? ਕਿੰਨੇ ਕੁ ਪਾਕਿਸਤਾਨ ਨੇ ਇੱਥੇ? ਮਾਂ ਦੇ ਅਕਸ਼ ਮੇਰੇ ਜ਼ਿਹਨ 'ਚ ਉਭਰ ਆਉਂਦੇ ਹਨ। ਜਦੋਂ ਮੈਂ ਹੁਣੇ ਆਪਣੀ ਮਾਂ ਦੀ ਕੁੱਖ 'ਚ ਆਉਣਾ ਹੀ ਸੀ, ਉਦੋਂ ਸ਼ਾਇਦ ਮੇਰੀ ਮਾਂ ਨੇ ਆਪਣੇ ਆਲੇ ਦੁਆਲੇ ਅੱਖੀ ਡਿੱਠੇ ਜ਼ੁਲਮਾਂ ਦਾ ਦੁਸ਼ਾਲਾ ਇੰਨੀ ਕੱਸ ਕੇ ਬੰਨ ਲਿਆ ਸੀ ਕਿ ਮੇਰੇ ਪੈਦਾ ਹੋਣ ਤੋਂ ਕੁਝ ਕੁ ਵਰ੍ਹਿਆਂ ਬਾਅਦ ਉਸਨੇ ਮੇਰੇ ਮੂਹਰੇ ਉਹ ਵਹਿਸ਼ੀਪਨ, ਜ਼ੁਲਮ, ਮਾਰ ਕੱਟ ਦੀ ਕਹਾਣੀ ਨੂੰ ਇੰਨੀ ਸਹਿਜਤਾ ਤੇ ਸਰਲਤਾ ਨਾਲ ਸੁਣਾਇਆ ਸੀ ਕਿ ਜਿਵੇਂ ਉਹ ਸਿਰਫ ਇੱਕ ਇਤਿਹਾਸ ਹੋਵੇ, ਇੱਕ ਤਾਰੀਖ। ਸਿਰਫ, ਹਾਂ, ਉਹ ਸਭ ਇਤਿਹਾਸ ਹੀ ਤਾਂ ਹੈ। ਭਰੇ ਜਿਸਮ ਵਾਲੀ ਗੁਲਾਬੀ ਰੰਗਤ ਦੀ ਮੇਰੀ ਮਾਂ ਉਹਨਾਂ ਦਿਨਾਂ ਦੀਆਂ ਗੱਲਾਂ ਮੈਨੂੰ ਤੇ ਮੇਰੀ ਵੱਡੀ ਭੈਣ ਨੂੰ ਕਹਾਣੀ ਦੇ ਰੂਪ 'ਚ ਸੁਣਾਉਂਦੀ ਅਤੇ ਮੋਟੀ ਸੋਨੇ ਦੀਆਂ ਵੰਗਾਂ ਨਾਲ ਭਰੀਆਂ ਹੋਈਆਂ ਕਲਾਈਆਂ ਸਾਡੇ ਦੋਹਾਂ ਦੁਆਲੇ ਵਲੇਟ ਆਪਣੇ ਨਾਲ ਘੁੱਟ ਲੈਂਦੀ ਤੇ ਹੌਕੇ ਭਰਦੀ ਰਹਿੰਦੀ। ਪਤਾ ਜੇ, ਜਦੋਂ ਦੰਗਾਈ ਹਰ ਹਰ ਮਹਾਦੇਵ ਜਾਂ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਸੜਕਾਂ ਤੋਂ ਗੁਜ਼ਰਦੇ ਸਨ ਤਾਂ ਤੇਰੀ ਵੱਡੀ ਭੈਣ ਨੂੰ ਮੈਂ ਆਪਣੇ ਢਿੱਡ ਨਾਲ ਚੁਪਕਾ ਕੇ ਉਸਨੂੰ ਘੁੱਟ ਲੈਂਦੀ ਸਾਂ ਤੇ ਚਾਹੁੰਦੀ ਕਾਸ਼ ਉਹ ਮੇਰੀ ਕੁੱਖ 'ਚ ਹੀ ਹੁੰਦੀ। ਹੇ ਰੱਬਾ, ਜੇ ਉਦੋਂ ਉਹ ਘਰ 'ਚ ਹੀ ਵੜ ਆਉਂਦੇ ਤਾਂ ਕੀ ਹੁੰਦਾ? ਮੈਂ ਤਾਂ ਕੰਬ ਜਾਂਦੀ। ਫਿਰ ਥੋੜ੍ਹਾ ਰੁਕ ਕੇ ਉਹੀ ਘਟਨਾ ਨੂੰ ਕਿਸੇ ਕਹਾਣੀ ਵਾਂਗ ਕਿਸੇ ਹੋਰ ਲਫ਼ਜ਼ਾਂ 'ਚ ਦੁਹਰਾਉਣ ਲੱਗਦੀ ਤੇ ਅਗਾਂਹ ਦੀ ਕਹਾਣੀ ਸੁਣਾਉਣ ਲੱਗ ਪੈਂਦੀ। ਤੇਰੇ ਪਾਪਾ ਉਦੋਂ ਮਿਲਟਰੀ ਵਿੱਚ ਸਨ। ਅਸੀਂ ਜਲੰਧਰ ਛਾਉਣੀ ਰਹਿੰਦੇ ਸਾਂ। ਬਹੁਤ ਪਹਿਰਾ ਹੁੰਦਾ ਸੀ। ਦੰਗਾਈ ਇੱਥੋਂ ਤੱਕ ਵੜ ਹੀ ਨਹੀਂ ਸਕਦੇ। ਫਿਰ ਵੀ ਉਹਨਾਂ ਛਿਨਾਂ ਨੂੰ ਯਾਦ ਕਰਦੇ ਹੀ ਦਿਲ ਦਹਿਲ ਜਾਂਦਾ ਹੈ ਪੁੱਤਰੇ। ਕੀ ਇਹ ਹਿੰਦ ਚੀਨ 1971 ਦੇ ਯੁੱਧ ਤੋਂ ਵੀ ਬਦਤਰ ਸੀ? ਉਹ 1947 ਦਾ ਦੰਗਾ, ਮੈਂ ਪੁੱਛਦੀ। ਉਹ ਗੁੱਸਾ ਕਰਦੀ। ਕੀ ਗੱਲਾਂ ਕਰਦੀ ਹੈ ਪੁੱਤਰ?
ਉਹ ਸਰਹੱਦਾਂ ਦਾ ਯੁੱਧ ਸੀ ਤੇ ਇਹ ਤਾਂ ਭਰਾ ਦੇ ਲਹੂ ਨੂੰ ਵੰਗਾਰਨ ਵਾਲੀ ਵੰਡ ਸੀ। ਇਸ ਨੂੰ ਅਸੀਂ ਯੁੱਧ ਕਿਵੇਂ ਕਹਿ ਸਕਦੇ ਹਾਂ? ਉਦੋਂ ਦੀਆਂ ਗੱਲਾਂ ਮੇਰੀ ਸਮਝ 'ਚ ਨਹੀਂ ਸਨ ਆਉਂਦੀਆਂ, ਸਿਰਫ ਦਿਲ ਦਹਿਲ ਜਾਂਦਾ ਸੀ। ਲਹੂ ਦਾ ਤਾਂ ਨਾ ਸੁਣਦੇ ਹੀ ਔਖੀ ਹੋ ਜਾਂਦੀ ਸਾਂ, ਪਰ ਕੱਟੇ ਵੱਡੇ ਅੰਗਾਂ ਫੁਆਰੇ ਵਾਂਗ ਫੁੱਟਦਾ ਲਹੂ ਔਰਤਾਂ, ਬੱਚਿਆਂ ਨਾਲ ਬਦਕਾਰੀ, ਬਲਾਤਕਾਰ, ਵਧ-ਹਵਾਸੀ ਜਿਹੇ ਦ੍ਰਿਸ਼ਾਂ ਦੀ ਕਲਪਨਾ ਨਾਲ ਹੀ ਸੰਗ ਸੁੱਕ ਜਾਂਦਾ ਤੇ ਦੇਹ ਪੱਤਿਆਂ ਵਾਂਗ ਥਰਥਰਾਉਣ ਲੱਗਦੀ। ਕਿੰਨੇ ਹੀ ਹਿੰਦੁਸਤਾਨ, ਪਾਕਿਸਤਾਨ, ਕਈ ਕਹਾਣੀਆਂ ਨਾਵਲਾਂ ਵਿੱਚ ਫਿਲਮ ਦੀ ਰੀਲ ਵਾਂਗ ਚੱਲ ਪੈਂਦੇ। ਅੱਖਾਂ 'ਚ ਚਿੰਗਾੜੀਆਂ ਫੁੱਟਦੀਆਂ ਤੇ ਬੇਵੱਸ ਹੋ ਜਾਂਦੀ। ਹਿੰਦੂ ਮੁਸਲਿਮ 'ਚ ਇੰਨੀ ਨਫ਼ਰਤ ਜਾਂ ਉਹ ਸਿਆਸੀ ਘੇਰਿਆਂ ਦੀ ਕਿਲੇਬੰਦੀ ਸੀ? ਸੁਣੀ ਸੁਣਾਈਆਂ ਗੱਲਾਂ ਸਨ। ਕੀ ਕਰਦੀ, ਕੀ ਸੋਚਦੀ? ਮਾਂ ਨੇ ਹਿੰਦ ਪਾਕ ਦੀ ਵੰਡ ਵੇਖੀ ਹੀ ਨਹੀਂ ਸੀ, ਹੰਢਾਈ ਹੀ ਸੀ। ਮਾਂ ਨੇ ਜੋ ਵੇਖਿਆ ਮੈਂ ਵੇਖਿਆ, ਸੋ ਵੇਖਿਆ, ਪਰ 1984 ਦੇ ਦੰਗਿਆਂ ਦੀ ਉਹ ਇੱਕ ਘਟਨਾ ਮੈਂ ਕਿਵੇਂ ਭੁੱਲ ਸਕਦੀ ਸਾਂ? ਕਿਉਂ ਪੀੜ੍ਹੀ ਦਰ ਪੀੜ੍ਹੀ ਕੋਈ ਨਾ ਕੁਝ ਅਣਸੁਖਾਵੀਂ ਘਟਨਾ ਵੇਖਦਾ ਜਾਂ ਸੁਣਦਾ ਆ ਰਿਹਾ ਹੈ। ਸਿੱਖ ਅਤੇ ਹਿੰਦੂ ਦੀ ਸਿਆਸੀ ਸੂਈ ਕਿਸ ਵੱਲ ਘੁੰਮ ਰਹੀ ਸੀ? ਕੌਣ ਕਹਿ ਸਕਦਾ ਹੈ, ਪਰ ਖਾਮਿਆਜ਼ਾ ਤਾਂ ਇਸ ਧਰਤੀ ਦੇ ਵਸਿੰਦਿਆਂ ਨੂੰ ਹੀ ਭੁਗਤਣਾ ਪੈਂਦਾ ਹੈ। ਤੇ ਇਸ ਯੂਰਪ ਦੇ ਪੋਲੈਂਡ ਵਿੱਚ ਕਿਹੜਾ ਪਾਕਿਸਤਾਨ ਹੈ, ਕਿਹੜਾ 1984 ਦਾ ਜਨੂਨ ਹੈ, ਜਿਸ ਨੂੰ ਮੈਂ ਆਪਣੀਆਂ ਨੰਗੀਆਂ ਅੱਖਾਂ ਨਾਲ ਦੇਖਣਾ ਹੈ? ਸਨ ਕਿ ਹਿਟਲਰ ਦੀ ਕਰਤੂਤਾਂ, ਵੈਸ਼ੀਪਨ ਤਾਂ ਇਤਿਹਾਸ ਦੇ ਵਰਕਿਆਂ 'ਚ ਫੜਫੜਾਉਣ ਲੱਗਦੀ ਹੈ। ਉਸਦੇ ਪਾਗਲਪਨ ਦਾ ਨਸ਼ਾ ਇਤਿਹਾਸ ਨੂੰ ਲਹੂ ਨਾਲ ਭਿਓ ਗਿਆ ਹੈ। ਦੂਜੇ ਮੁਲਕ ਦੇ ਧਰਮ ਵਾਲੇ ਆਮ ਲੋਕਾਂ ਲਈ ਨਫ਼ਰਤ ਦੀ ਬਦਬੂ ਜਿਵੇਂ ਚਾਰੇ ਪਾਸੇ ਫੈਲਦੀ ਨਜ਼ਰੀ ਪਈ। ਮੈਂ ਟਾਰਚਰ ਹਾਊਸ ਤੋਂ ਅਣਜਾਣ ਨਹੀਂ ਸਾਂ। ਉਸ ਕੰਸਨਟ੍ਰੇਸ਼ਨ ਕੈਂਪ ਦੇ ਬਾਰੇ ਮੈਂ ਬਹੁਤ ਕੁਝ ਸੁਣਿਆ ਸੀ, ਪਰ ਬਹੁਤ ਕੁਝ ਨਹੀਂ ਸੀ ਜਾਣਦੀ। ਇਚਮਨ ਕਲਾਦਬਾਰਵੀ ਟਰਾਇਲ ਬਾਰੇ ਪੜ੍ਹਿਆ ਸੀ। ਇਹ ਸੈਵੀ ਚੁਆਇਸ ਤੇ ਸਿੰਡਲਰ ਦੀ ਲਿਸਟ ਮੇਰੇ ਦਿਮਾਗ ਨੂੰ ਬੇਕਾਬੂ ਕਰ ਰਹੀ ਹੈ। ਟਾਰਚਰ ਹਾਊਸ ਦੀ ਕਲਪਨਾ ਨਾਲ ਹੀ ਮੈਂ ਤੜਪ ਉੱਠਦੀ ਹਾਂ। ਉਹ ਮਜ਼ਦੂਰ ਕੈਦੀਆਂ ਦਾ ਕੈਂਪ ਨਹੀਂ ਸੀ, ਉਹ ਤਾਂ ਮੌਤ ਦਾ ਕੈਂਪ ਸੀ। ਪਰ ਪਤਾ ਨਹੀਂ ਕਿਉਂ ਦੂਰ ਕਿਤੇ ਇੱਕ ਦੂਜਾ ਪਾਕਿਸਤਾਨ ਮੈਨੂੰ ਆਪਣੇ 'ਚ ਜਕੜ ਰਿਹਾ ਹੈ। ਮਾਂ ਦਾ ਡਰ ਮੇਰੇ ਅੰਦਰ ਡੂੰਘਾ ਕਿਤੇ ਬੈਠਾ ਹੋਇਆ। ਇਹਨਾਂ ਡਰਾਵਨੇ ਵਿਚਾਰਾਂ ਨੂੰ ਆਪਣੇ ਤੇ ਹਾਵੀ ਹੋਣ ਤੋਂ ਬਚਾਉਣ ਲਈ ਮੇਰੇ ਕਹਿਣ ਤੇ ਅਸੀਂ ਤਿੰਨੇ ਉਸ ਸ਼ਾਮ ਪੋਲਿਸ਼ ਥੀਏਟਰ ਵੇਖਣ ਗਏ। ਵਕਤ ਲੰਘਦਾ ਗਿਆ, ਥੀਏਟਰ ਦੀ ਵੀ ਫਾਲਤੂ ਜਾਪਣ ਲੱਗ ਪਿਆ। ਮੈਂ ਆਸਟਵਿਚ ਨਹੀਂ ਸੀ ਜਾਣਾ ਚਾਹੁੰਦੀ, ਪਰ ਜੈਰਕ ਅੜ ਗਿਆ ਤੇ ਮੈਂ ਸੋਚਿਆ, ਮੈਂ ਕਿਹੜਾ ਯਹੂਦੀ ਹਾਂ? ਮੇਰੇ ਅੰਦਰ ਫਲਸਤੀਨੀਆਂ ਲਈ ਤਰਸ ਤੇ ਹਮਦਰਦੀ ਹੀ ਤਾਂ ਹੈ। ਦੋਵੇਂ ਕੌਮਾਂ ਲਈ ਬੜੀ ਜ਼ਿਆਦਤੀ ਹੋਈ ਹੈ। ਇਹ ਸੋਚਦੇ ਹੀ ਮੈਂ ਖੁਦਗਰਜ਼ ਹੋ ਗਈ ਤੇ ਜੈਰਕ ਨੂੰ ਸੌਣ ਲਈ ਉੱਚੀ ਥਾਂ ਬੇਟੀ ਨੂੰ ਕਿਹਾ, ਚਲੋ ਮੈਂ ਵੀ ਚੱਲਦੀ ਹਾਂ। ਇਹ ਐਜੂਕੇਸ਼ਨ ਟ੍ਰਿਪ ਹੀ ਸਹੀ। ਅਤੇ ਜੈਰਕ ਵੱਲ ਵੇਖਿਆ। ਉਹ ਹੈਰਾਨ ਹੋ ਕੇ ਮੈਨੂੰ ਵੇਖਿਆ। ਉਸੇ ਛਣ ਮੈਨੂੰ ਜਾਪਿਆ ਜਿਵੇਂ ਕੋਈ ਅਗਿਆਤ ਛਾਇਆ ਮੈਨੂੰ ਟਾਰਚਰ ਹਾਊਸ ਵੱਲ ਖਿੱਚ ਰਹੀ ਹੋਵੇ। ਟੈਕਸੀ ਮੰਗਵਾਈ ਗਈ ਤੇ ਅਸੀਂ ਤਿੰਨੇ ਆਸਟਵਿਚ ਲਈ ਤੁਰ ਪਏ। ਜੈਰਕ ਬੇਟੀ ਨੂੰ ਦੂਜੇ ਮਹਾਯੁੱਧ ਤੇ ਫੌਜੀ ਅਫਸਰ ਸ਼ੀਰੋ ਈਸ਼ੀ ਤੇ ਵੈਸ਼ੀਪਨ ਦੀਆਂ ਗੱਲਾਂ ਸੁਣਾ ਰਿਹਾ ਸੀ। ਜਾਪਾਨ ਦੇ ਹਾਰਬਿਨ ਦਾ ਥਾਂ ਦੀ ਦਿਲ ਨੂੰ ਟੁੰਬਣ ਵਾਲੀ ਕਹਾਣੀ, ਜਿੱਥੇ ਦੁਸ਼ਮਣਾਂ ਨੂੰ ਮੌਤ ਦੇਣ ਲਈ ਇੱਕ ਪ੍ਰਯੋਗਸ਼ਾਲਾ ਸੀ। ਰਸਾਇਣਿਕ ਹਥਿਆਰਾਂ ਦੀ ਪ੍ਰਯੋਗਸ਼ਾਲਾ, ਜੈਵਿਕ ਲੈਬ। ਇੱਕ ਦਿਨ 'ਚ ਹਜ਼ਾਰਾਂ ਲੋਕਾਂ ਨੂੰ ਮੌਤ ਦਿੱਤੀ ਜਾਂਦੀ ਸੀ। ਜ਼ਹਿਰੀਲੀ ਗੈਸ ਰਾਹੀਂ। ਮੈਂ ਆਹਤ ਦਰਦ ਨਾਲ ਕੁਰਲਾ ਪਈ। ਬੇਟੀ ਨੇ ਕੰਨਾਂ ਤੇ ਹੱਥ ਰੱਖ ਲਿਆ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਹੈਰਾਨੀ ਨਾਲ ਫੈਲ ਗਈਆਂ। ਸੋ ਕਰੂਅਲ, ਉਸਦੇ ਬੁੱਲ ਫਰਕ ਰਹੇ ਸਨ। ਜੈਰਕ ਵਿੱਚ ਬੋਲਦਾ ਜਾ ਰਿਹਾ ਸੀ। ਇਸ ਤਰ੍ਹਾਂ ਦੀ ਲੈਬ ਸੀ ਜਿੱਥੇ ਜਿਉਂਦੇ ਲੋਕਾਂ ਉੱਤੇ ਪ੍ਰਯੋਗ ਕੀਤੇ ਜਾਂਦੇ ਸਨ। ਐਂਥ੍ਰੈਕਸ ਜਾਂ ਜਾਨਵਰਾਂ ਦੇ ਖੂਨ ਦਾ ਇੰਜੈਕਸ਼ਨ ਦੇ ਕੇ ਦੁਸ਼ਮਣਾਂ ਨੂੰ ਹਾਈ ਟੈਂਪਰੇਚਰ ਤੇ ਰੱਖਿਆ ਜਾਂਦਾ ਸੀ। ਜਿੰਦਾ ਮਨੁੱਖਾਂ ਦੇ ਅੰਗ ਵੱਢ ਦਿੱਤੇ ਜਾਂਦੇ ਸਨ ਤੇ ਬੈਕਟੀਰੀਆ ਨਾਲ ਵੀ ਮੌਤ ਦਿੱਤੀ ਜਾਂਦੀ ਸੀ। ਜ਼ਿੰਦਗੀ ਦੀ ਭੀਖ ਮੰਗੀ ਜਾਂਦੀ ਸੀ ਉੱਥੇ। ਜਵਾਨ ਔਰਤਾਂ ਦੀਆਂ ਛਾਤੀਆਂ ਵੱਢ ਕੇ ਜਲੂਸ ਕੱਢਿਆ ਜਾਂਦਾ ਸੀ। ਮਾਂ ਦੇ ਬੋਲ ਪੰਘਰ ਦੇ ਸ਼ੀਸ਼ੇ ਵਾਂਗ ਮੇਰੇ ਕੰਨਾਂ ਵਿੱਚ ਪੈ ਰਹੇ ਸਨ। ਸੋਹਣਾ ਸੁਨੱਖਾ ਗੋਰਾ ਚਿੱਟਾ ਉਹ ਮੇਰਾ ਜਮਾਤੀ ਵੀ ਕਿਤੋਂ ਮੈਨੂੰ ਆਵਾਜ਼ ਦੇ ਰਿਹਾ ਹੈ, ਤੂੰ ਹਿੰਦੂ ਹੈ, ਮੈਨੂੰ ਬਚਾ ਲਾ। ਵੇਖ, ਮੈਂ ਬਲੇਡ ਨਾਲ ਕੇਸ਼ ਕੱਟ ਦਿੱਤੇ ਨੇ। ਕਾਲਾ ਫਗਾਨਾ ਦੇ ਲਾਗਲੇ ਪਿੰਡ ਦਾ ਉਹ ਸਿੱਖ ਨੌਜਵਾਨ ਪਟਿਆਲਾ ਦੇ ਸਿੱਖ ਸਟੱਡੀ ਸਕੂਲ ਵਿੱਚ ਸਿਰਫ 2 ਦਿਨ ਲਈ ਕਾਨਪੁਰ ਗਿਆ ਸੀ।
ਉਹ 2 ਦਿਨ ਮੁੜ ਪਰਤ ਕੇ ਕਦੇ ਵੀ ਵਾਪਿਸ ਨਹੀਂ ਸਨ ਆਏ। ਆਪਣੇ ਹੀ ਲੋਕਾਂ ਨੇ ਸਿੱਖ ਹੋਣ ਦੀ ਉਸਨੂੰ ਸਜ਼ਾ ਦਿੱਤੀ ਸੀ। 1984 ਦੇ ਦੰਗਿਆਈਆਂ ਦੇ ਹੱਥੋਂ ਉਹ ਰੇਲਵੇ ਸਟੇਸ਼ਨ ਤੇ ਹੀ ਵੱਢਿਆ ਗਿਆ ਸੀ। ਰੋਣਾ ਫੁੱਟ ਪੈਂਦਾ ਹੈ। ਉਸਦੀ ਭਾਬੀ ਦੱਸਦੀ ਹੁੰਦੀ ਸੀ, ਜਦੋਂ ਉਸਦਾ ਵੱਡਾ ਵੀਰ ਉਸਦੀ ਲਾਸ਼ ਲੈ ਕੇ ਪਰਤਿਆ ਸੀ ਤਾਂ ਅਸਮਾਨ ਡੋਲ ਪਿਆ ਸੀ। ਹਾਏ! ਬਲੇਡ ਨਾਲ ਅੱਧ ਕੱਟੇ ਵਾਲ ਸਿਰ ਤੇ ਲਟਕ ਰਹੇ ਸਨ ਅਤੇ ਉਸਦੀ ਦਾੜੀ ਦੇ ਕੱਟੇ ਛੋਟੇ-ਛੋਟੇ ਵਾਲ ਉਦੋਂ ਵੀ ਉਸਦੇ ਚਿਹਰੇ ਤੇ ਚਿਪਕੇ ਹੋਏ ਸਨ। ਖੂਨ ਖਰਾਬੇ ਦੀਆਂ ਗੱਲਾਂ ਸੁਣ ਕੇ ਬੇਟੀ ਦਾ ਚਿਹਰਾ ਪੀਲਾ ਭੂਖ ਹੋ ਜਾਂਦਾ ਹੈ। ਸਟਾਪ ਇਟ! ਜ਼ੋਰ ਦੀ ਚੀਖ ਪਈ ਤੇ ਟੈਕਸੀ ਵੀ ਝਟਕੇ ਨਾਲ ਆਪਣੀ ਥਾਂ ਤੇ ਰੁਕ ਜਾਂਦੀ ਹੈ। ਆਸਟ੍ਰਿਚ ਦਾ ਟ੍ਰਿਪ ਗੇਟ ਤੋਂ ਬਾਹਰ ਹੀ ਭੌਚਕ ਰਹਿ ਗਈ। ਗਾਈਡ ਗੇਟ ਵੱਲ ਵਧਿਆ। ਅਸੀਂ ਰੁਕ ਗਏ। ਗੇਟ ਤੇ ਹੀ ਮੋਟੇ-ਮੋਟੇ ਅੱਖਰਾਂ ਨਾਲ ਲਿਖਿਆ ਸੀ, ਆਰਬਿਟ ਮੈਚ ਫ੍ਰੇ, ਮਤਲਬ ਜਰਮਨੀ ਨਾਰਾ, ਵਰਕ ਲਿਬਰੇਟਸ, ਕੰਮ ਕਰਨ ਦੀ ਆਜ਼ਾਦੀ, ਯਾਨੀ ਵਰਕ ਸੈਟਸ ਯੂ ਫ੍ਰੀ। ਇੱਕ ਵੱਡਾ ਵਿਅੰਗ, ਆਜ਼ਾਦੀ ਜਾਂ ਮੌਤ? ਦੂਜੇ ਪਾਸੇ ਮੂੰਹ ਫੇਰ ਲਿਆ। ਆਰਬਿਟ ਮੈਚ ਫ੍ਰੇ ਪੜ੍ਹਦੇ ਹੀ ਅਸੀਂ ਗੇਟ ਵੱਲ ਤੁਰੇ। ਅੰਦਰ ਵੜਦੇ ਹੀ ਅਸੀਂ ਸਾਰੇ ਖੜੇ ਦੇ ਖੜੇ ਰਹਿ ਗਏ। ਅੱਖਾਂ ਦੀਆਂ ਐਨਕਾਂ ਦੇ ਪਹਾੜ, ਢੇਰਾਂ ਦੇ ਢੇਰ ਮਨੁੱਖੀ ਵਾਲਾਂ ਦੇ ਗੁੱਛੇ, ਗੈਸ ਜਾਇਕਲਨ ਦੇ ਖਾਲੀ ਟਿਨ, ਫੋਟੋਆਂ, ਦਵਾਈਆਂ ਦੇ ਕਾਗਜ਼ ਪੁਰਜੇ ਥਾਂ-ਥਾਂ ਤੇ ਖਿਲਰੇ ਪਏ ਸਨ ਤੇ ਜ਼ੁਲਮਾਂ ਦੀ ਅਣਵਿਆਨੀ ਕਹਾਣੀ ਕਹਿ ਰਹੀ ਸੀ। ਗੱਲਾਂ ਸੁਣੀਆਂ ਤਾਂ ਸਨ, ਪਰ ਸੱਚਾਈ ਕਿੰਨੀ ਖੌਫਨਾਕ ਸੀ। ਬੇਟੀ ਜਵਾਈ ਟੂਰਿਸਟ ਮੂੰਹ ਤੇ ਰੁਮਾਲ ਰੱਖੇ ਤੁਰ ਰਹੇ ਸਨ। ਜਾਪਦਾ ਸੀ ਹੁਣੇ ਹੀ ਕਿਤੋਂ ਕੋਈ ਮੁਰਦਾ ਹੱਥ ਬਚਾਉਣ ਦੀ ਗੁਹਾਰ ਲਗਾਏਗਾ ਜਾਂ ਹਿਟਲਰ ਦਾ ਕੋਈ ਨੁਮਾਇੰਦਾ ਸਮਝ ਥਰਥਰਾਉਂਦਾ ਦੂਰ ਨੱਠ ਜਾਵੇਗਾ। ਗੈਸ ਚੈਂਬਰ ਅਤੇ ਉਸ ਦੀਆਂ ਚਿਮਨੀਆਂ ਨੂੰ ਵੇਖ ਕੋਈ ਵੀ ਆਪਣੀ ਗਰਦਨ ਦੇ ਪਿੱਛੇ ਆਪਣੇ ਵਾਲਾਂ ਨੂੰ ਖੜੇ ਮਹਿਸੂਸ ਕਰ ਸਕਦਾ ਸੀ। ਅੱਖਾਂ ਦੇ ਕੋਈ ਸੁੱਕ ਜਾਂਦੇ ਨੇ, ਲਹੂ ਨਾੜਾਂ 'ਚ ਇਕੱਠਾ ਹੋ ਜਾਂਦਾ ਹੈ, ਹੱਥਾਂ ਪੈਰਾਂ ਦੀਆਂ ਉਂਗਲਾਂ ਠੰਡ ਨਾਲ ਘੱਟ ਉਹਨਾਂ ਦ੍ਰਿਸ਼ਾਂ ਕਾਰਨ ਆਕੜ ਜਾਂਦੀਆਂ ਨੇ। ਮਾਈ ਗॉड, ਸੋ ਕਰੂਅਲਟੀ! ਹਰ ਕੋਈ ਆਪਣੇ ਆਪ ਨੂੰ ਸੁੰਨ ਮਹਿਸੂਸ ਕਰ ਰਿਹਾ ਸੀ। ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਮਨੁੱਖ ਇਸ ਹੱਦ ਤੱਕ ਜਾਨਵਰ ਹੋ ਸਕਦਾ ਹੈ, ਭੇੜੀਆ ਬਣ ਸਕਦਾ ਹੈ। ਬੇਇੰਤਹਾ ਮਨੁੱਖੀ ਅਤਿਆਚਾਰ ਦੀ ਮਿਸਾਲ ਵੇਖ ਹੈਰਾਨ ਤੇ ਤੜਪ ਜਾਣ ਤੋਂ ਇਲਾਵਾ ਹੋਰ ਕੋਈ ਕੁਝ ਨਹੀਂ ਕਰ ਸਕਦਾ, ਚੀਖ ਵੀ ਨਹੀਂ ਸਕਦਾ, ਰੋਣਾ ਵੀ ਨਹੀਂ ਫੁੱਟਦਾ। ਗਾਈਡ ਦੀ ਆਵਾਜ਼ ਵੀ ਕਿਤੋਂ ਦੂਰ ਤੋਂ ਆਉਂਦੀ ਸੁਣਾਈ ਦਿੰਦੀ ਹੈ। ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਇੱਥੇ ਹਰ ਥਾਂ ਤੇ ਮੌਤ ਦੀ ਇੰਡਸਟਰੀ ਲੱਗੀ ਹੋਵੇ। ਜਦੋਂ ਪਤਾ ਲੱਗਿਆ ਕਿ ਕੈਦੀਆਂ ਨੂੰ ਪਾਗਲਾਂ ਵਾਂਗ ਹਾਜ਼ਰੀ ਲਗਾਉਣ ਲਈ ਘੰਟਿਆਂ ਬੱਧੀ ਲਾਈਨਾਂ 'ਚ ਖੜੇ ਹੋ ਕੇ ਉਡੀਕ ਕਰਨੀ ਪੈਂਦੀ ਸੀ ਤੇ ਉਹ ਵੀ ਨੰਗੇ ਪੈਰੀ, ਫੁੱਟ-ਫੁੱਟ ਬਰਫ਼ 'ਚ, ਤਾਂ ਖੁਦ ਬ ਖੁਦ ਅਸੀਂ ਠੰਡ ਨੂੰ ਮਹਿਸੂਸਦੇ ਆਪਣੇ ਆਲੇ-ਦੁਆਲੇ ਸਰੀਰ ਦੇ ਕੱਪੜਿਆਂ ਅਤੇ ਨਾਲ ਲਿਆਉਂਦੇ ਮਫਲਰ, ਜੈਕਟਾਂ ਨੂੰ ਵਲੇਟ-ਘੁੱਟ ਕੇ ਫੜਨ ਲੱਗ ਜਾਂਦੇ ਨੇ, ਕੰਮ ਫੁੱਟਣ ਲੱਗ ਪੈਂਦਾ ਹੈ। ਕੰਬਦੇ ਹੋਏ ਮੈਂ ਦੂਜੇ ਟੂਰਿਸਟਾਂ ਦੇ ਸਪਾਟ ਚਿਹਰੇ ਤੇ ਖਾਲੀ ਅੱਖਾਂ ਉੱਤੇ ਤੱਕਿਆ। ਉਹਨਾਂ ਦੇ ਮੂੰਹ ਖੁੱਲੇ ਦੇ ਖੁੱਲੇ ਸਨ। ਜੁਰਮ ਕੀਤੇ ਬਿਨਾਂ ਹੀ ਸਜ਼ਾ ਕੱਟ ਰਹੇ ਕੈਦੀਆਂ ਦੀਆਂ ਸਜ਼ਾ ਵਾਲੀਆਂ ਥਾਵਾਂ, ਕਤਾਰ ਦੇ ਕਤਾਰ ਬਣੇ ਪਖਾਨੇ, ਬੰਕਰ ਵਰਗੀਆਂ ਚੀਜ਼ਾਂ ਨੂੰ ਵੇਖ ਬਿਨਾਂ ਕੁਝ ਕਹੇ ਸਾਰੇ ਚੁੱਪ ਮੂੰਹ ਅੱਡੀ ਖੜੇ ਸਨ। ਮੌਤ ਦੇ ਅਣਗਿਣਤ ਸ਼ਿਵਲਿੰਗ ਇੱਥੇ-ਉੱਥੇ ਪਏ ਸਨ। ਇੱਕੋ ਤਾਨਾਸ਼ਾਹ ਦੇ ਹੁਕਮ ਤੇ ਤੜਪ ਕੇ ਮੌਤ ਦੀ ਨੀਂਦ ਲੈਣ ਵਾਲਾ ਦ੍ਰਿਸ਼। ਸੋਚ ਸਕਦੀ ਸਾਂ, ਸਿੰਡਲਰ ਕਿੰਨੇ ਕੁ ਮਾਸੂਮ ਬੰਦਿਆਂ ਨੂੰ ਬਚਾ ਸਕਦਾ ਸੀ, ਜਿੱਥੇ ਅਡੋਲਫ ਇਚਮਨ ਤੇ ਕਲਾਸ ਬਾਰਵੀ ਵਰਗੇ ਬੇਖੌਫ ਹਲਾਲ ਕਰਨ ਵਾਲੇ ਬੁੱਚੜ ਹੋਣ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਥਾ ਨੂੰ ਕਹਿਣ ਵਾਲਾ ਕਾਲੇ ਪਾਣੀ ਅੰਡੇਮਾਨ ਨਿਕੋਬਰ ਵੀ ਇਹੋ ਜਿਹੀ ਥਾਂ ਨਹੀਂ ਹੋਣੀ, ਜਿੱਥੇ ਹਮਦਰਦੀ ਤੇ ਗੁੱਸਾ ਇੱਕੋ ਵਾਰ ਫੁੱਟ ਪੈਂਦਾ ਹੈ। ਸੁੰਨ ਤੇ ਥਰਥਰਾਂਦੀ ਦੇਹ ਨੂੰ ਲਈ ਅਸੀਂ ਤਿੰਨੋਂ ਹੋਟਲ ਵਾਪਿਸ ਆ ਜਾਂਦੇ ਹਾਂ। ਰਾਤ 'ਚ ਉਸ ਟ੍ਰਿਪ ਬਾਰੇ ਕੋਈ ਵੀ ਗੱਲਾਂ ਨਹੀਂ ਕਰਦਾ। ਗੱਲ ਕਰ ਵੀ ਕੀ ਸਕਦਾ ਸੀ? ਗੈਸ ਚੈਂਬਰ ਤੋਂ ਵੀ ਜ਼ਿਆਦਾ ਬਦਤਰ 1947 ਦੇ ਲਹੂ-ਲੁਹਾਨ ਦ੍ਰਿਸ਼ ਮੇਰੀ ਮਾਂ ਅਤੇ ਮੇਰੇ ਪੂਰਵਜਾਂ ਨੇ ਵੇਖੇ ਸਨ। ਉਹ ਵੀ ਭਰਾ ਵੱਲੋਂ ਭਰਾ ਨੂੰ ਵੱਢਣ ਤੇ ਜਨੂੰਨ ਵਾਲੇ ਦ੍ਰਿਸ਼ ਨੂੰ ਅੱਖੀਂ ਵੇਖਿਆ ਤੇ ਹੰਢਾਇਆ। ਹੁਣੇ ਹੀ ਜਿਵੇਂ ਮੈਂ 1984 ਦੀ ਕਤਲਗਾਹ ਤੋਂ ਵਾਪਸ ਆਈ ਹੋਵਾਂ। ਪੂਰੇ ਹਫ਼ਤੇ ਭਰ ਅਸੀਂ ਰਹਿਣਾ ਸੀ। ਅੱਜ ਸਿਰਫ ਚੌਥਾ ਹੀ ਦਿਨ ਸੀ, ਪਰ ਵਾਪਿਸ ਜਾਣ ਲਈ ਬਿਨਾਂ ਕੁਝ ਕਹੇ ਅਸੀਂ ਤਿੰਨਾਂ ਨੇ ਦਿਲੋਂ ਹਾਮੀ ਭਰ ਲਈ। ਅਗਲੀ ਸਵੇਰ ਔਸਵੈਸਿਮ ਦੀਆਂ ਸੜਕਾਂ ਤੇ ਗਲੀਆਂ 'ਚ ਘੁੰਮਦੇ ਹੋਏ ਮੈਂ ਉਹਨਾਂ ਖੌਫਜ਼ਦਾ ਬੁੱਢਿਆਂ, ਮਰਦਾਂ ਤੇ ਔਰਤਾਂ ਦੇ ਚਿਹਰਿਆਂ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਸਭ ਕੁਝ ਬਾਰੇ ਕੀ ਜਾਣਦੇ ਹਨ? ਇਹਨਾਂ ਲੋਕਾਂ ਨੇ ਕੀ ਕੁਝ ਵੇਖਿਆ ਹੈ?
ਸਿੱਕੇ ਦੇ ਕਿਹੜੇ ਪਾਸੇ ਦੇ ਇਹ ਮਨੁੱਖ ਹਨ ਅਤੇ ਸ਼ਾਪਿੰਗ ਮਾਲ 'ਚ ਖਰੀਦਦਾਰੀ ਕਰਦੇ ਇੱਕ ਛਿਣ ਲਈ ਬੇਟੀ ਅੱਖੋਂ ਓਲੇ ਵੀ ਕੀ ਹੋਈ ਕਿ ਜੈਰਕ ਉਸਨੂੰ ਪਾਗਲਾਂ ਵਾਂਗ ਆਵਾਜ਼ਾਂ ਦੇਣ ਲੱਗ ਪਿਆ। ਉਹ ਹੱਥਾਂ 'ਚ ਈਅਰ-ਰਿੰਗ ਫੜੀ ਨੱਠੀ ਆਈ ਤਾਂ ਉਸਨੇ ਉਸਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਤੇ ਤਾਕੀਦ ਕੀਤੀ ਕਿ 1 ਮਿੰਟ ਵੀ ਉਹ ਉਸ ਦੀਆਂ ਨਜ਼ਰਾਂ ਤੋਂ ਓਹਲੇ ਨਾ ਹੋਵੇ। ਕਿਸੇ ਬਿਲਡਿੰਗ ਨੁਮਾ ਅਸਬੈਸਟਿਅਮ ਰੇਲਵੇ ਸਟੇਸ਼ਨ ਤੇ ਅਸੀਂ ਕਰਾਕੋ ਜਾਣ ਲਈ ਆ ਗਏ। ਗੱਡੀ ਵੇਖਦੇ ਹੀ ਮੈਨੂੰ ਐਵੇਂ ਜਾਪਿਆ ਜਿਵੇਂ ਅੰਮ੍ਰਿਤਸਰ ਦੇ ਅਟਾਰੀ ਸਟੇਸ਼ਨ ਤੋਂ ਦੰਗਾਈ ਲੋਕਾਂ ਨਾਲ ਭਰੀ ਗੱਡੀ ਮਾਰੋ, ਵੱਢ ਦਿਓ, ਮਾਰ ਦਿਓ, ਵੱਢ ਦਿਓ ਦੇ ਸ਼ੋਰ ਨਾਲ ਗੂੰਜਦੀ ਸਾਨੂੰ ਕੁਚਲਣ ਲਈ ਆ ਰਹੀ ਹੋਵੇ। ਮੈਂ ਉਹਨਾਂ ਦੋਹਾਂ ਨੂੰ ਟਿਕਟ ਲਿਆਉਣ ਤੋਂ ਮਨਾ ਕਰ ਗੱਡੀ ਨੂੰ ਲੰਘ ਜਾਣ ਦਿੱਤਾ ਤੇ ਕਰਾਕੋ ਲਈ ਟੈਕਸੀ ਫੜ ਲਈ। ਉੱਥੇ ਆਪਣਾ ਸਮਾਨ ਲੈ ਬਰਾਕਲੋ ਹਵਾਈ ਜਹਾਜ਼ ਲਈ ਆ ਗਏ। ਥੋੜੀ ਬਰਫ਼ ਜਿਵੇਂ ਉਦਾਸੀ ਟਪਕਾ ਰਹੀ ਸੀ। ਵਾਪਸ ਆਇਆ ਨੂੰ 10 ਦਿਨ ਨਹੀਂ ਸਨ ਹੋਏ ਕਿ ਬੇਟੀ ਨੇ ਫੋਨ ਤੇ ਦੱਸਿਆ ਕਿ ਜੈਰਕ ਹੁਣੇ ਪੋਲੈਂਡ ਦੇ ਉਸ ਸਦਮੇ ਤੋਂ ਬਾਹਰ ਨਹੀਂ ਨਿਕਲਿਆ। ਉਸਨੇ ਪੋਸਟ ਆਫਿਸ ਵਿੱਚ $1000 ਦਾ ਅਕਾਊਂਟ ਆਪਣੇ ਹੋਣ ਵਾਲੇ ਬੱਚਿਆਂ ਦੇ ਨਾਂ ਤੇ ਖੁਲਵਾ ਲਿਆ ਹੈ ਤੇ ਹਿਦਾਇਤ ਇਹ ਹੈ ਕਿ ਉਹ ਪੈਸੇ ਸਿਰਫ ਤੇ ਸਿਰਫ ਆਪਸ ਵਿੱਚ ਵੇਖਣ ਲਈ ਹੀ ਵਰਤੇ ਜਾਣ ਤਾਂ ਜੋ ਹਿਟਲਰ ਵਰਗੇ ਵੈਂਪਾਇਰ ਦੇ ਜਨੂੰਨ ਦੇ ਖੌਫ ਨੂੰ ਉਹ ਵਗਾ ਸੁੱਟਣ। ਮੀਲਾਂ ਦੂਰ ਬੈਠੇ ਜੈਰਿਕ ਦੇ ਚਿਹਰੇ ਤੋਂ ਤੇ ਉਤਰਦੇ ਚੜ੍ਹਦੇ ਭਾਵਾਂ ਨੂੰ ਮੈਂ ਆਪਣੇ ਬੜੇ ਕਰੀਬ ਮਹਿਸੂਸ ਕਰ ਰਹੀ ਸਾਂ। ਅਚਾਨਕ ਵਹਿਸ਼ੀਆਂ ਤੇ ਦੰਗਿਆਈਆਂ ਦੇ ਡਰ ਨੂੰ ਕੁਚਲਣ ਲਈ ਮੇਰੇ ਦੋਵੇਂ ਹੱਥ ਅਣਡਿੱਠ ਤਾਕਤ ਨੂੰ ਫੜਨ ਲਈ ਅਸਮਾਨ ਵੱਲ ਉੱਠ ਗਏ।